इलाज भी व्याजू चक चक के दिहाड़ियां कर करी जाते हैं, कोई सहायता नहीं मिलती जी। दुख तो वीरे हैगे हुण इन्ने पैसे लाए सी गरीब बंदे से इन्ना कित्थों पूरा करगे। ਉਹ ਕਿੰਨਾ ਨੁਕਸਾਨ ਹੋਇਆ ਜੀ ਪਸ਼ੂਆਂ ਦਾ? ਨੁਕਸਾਨ ਤਾਂ ਜੀ ਅੰਤੋਂ ਬੜਾ ਹੋ ਗਿਆ। 5000 ਦਾ ਖਰਚਾ ਆ ਜਾਂਦਾ ਡੇਲੀ। ਛੋਟੇ ਫਾਰਮਰ ਆ, ਖਰਚਾ ਪੂਰਾ ਨਹੀਂ ਆ ਰਿਹਾ। 30-32 ਗਾਈਆਂ ਦਾ ਤਾਂ ਮੈਨੂੰ ਪਤਾ ਵੀ ਆਪਣੇ ਪਿੰਡ ਦੇ ਵਿੱਚ ਨੁਕਸਾਨ ਹੋ ਚੁੱਕਿਆ। ਪਰ ਸਰਕਾਰ ਦੇ ਜਿਹੜੇ ਆਹ ਮੰਨ ਲਓ YouTube ਤੇ ਬਿਆਨ ਜ਼ਰੂਰ ਸੁਣੇ ਆ ਵੀ ਅਸੀਂ ਵੈਕਸੀਨ ਤਿਆਰ ਕਰ ਲਈਏ ਜੀ, ਵੈਕਸੀਨ ਅਸੀਂ ਹਵਾਈ ਜਹਾਜ਼ ਰਾਹੀਂ ਮੰਗਾ ਲਈ ਹੈ, ਹੈਦਰਾਬਾਦ ਤੋਂ ਮੰਗਾ ਲਈ ਹੈ, ਪਰ ਇਹ ਬਿਮਾਰੀ ਚੱਲਦੀ ਦੇ ਵਿੱਚ ਵੈਕਸੀਨ ਲੱਗਦੀ ਨਹੀਂ। 40,000 ਦੀ ਲਈ ਸੀ, ਮਹੀਨਾ ਕੀ ਹੋਇਆ ਤੇ ਉਹ ਵੀ ਮੌਤ ਹੋ ਗਈ ਉਹਦੀ, ਐਸੇ ਬਿਮਾਰੀ ਨਹੀਂ। ਅਸੀਂ ਆਏ ਦੋਵੇਂ ਜੀ ਤੇ ਮੇਰੇ ਘਰ ਵਾਲੇ ਨੇ ਗਾਂ ਵੇਖੀ ਤੇ ਮਰੀ ਪਈ। ਦੀ ਗਾਂ ਬਾਈ ਪਈ ਆ 8 ਕਿਲੋ ਦੁੱਧ ਸੀ, 30,000 ਦੀ ਲਈ ਸੀ, ਅੱਜ ਉਹ ਖਤਮ ਰਕ ਗਈ ਹੈ। ਆ ਗਾਂ ਤੇ ਇਹ ਤੋਂ ਪਹਿਲਾਂ 15-20,000 ਰੁਪਏ ਲਾ ਹਟੇ ਆ ਤੇ ਇਹਦਾ ਇਲਾਜ ਹਾਲੇ ਦਾ ਹਜੇ ਕੋਈ ਨਹੀਂ ਹੋਇਆਗਾ। ਗਾਂ ਦਾ ਮੈਨੂੰ ਨਹੀਂ ਲੱਗਦਾ ਵੀ ਇਹ ਬਚੂਗੀ। ਆ ਸਾਰੀਆਂ ਦਵਾਈਆਂ ਰੋਜ਼ ਦਵਾਈ ਲਾਉਣੇ ਆ ਪਸ਼ੂਆਂ ਨੂੰ, ਪਰ ਇਹਨਾਂ ਦਵਾਈਆਂ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ। ਕੋਈ ਸਰਕਾਰ ਬਾਂਹ ਫੜੇ, ਨਹੀਂ ਤਾਂ ਖਤਮ ਹੈ ਜ਼ਿਮੀਂਦਾਰਾ। ਆਪਣਾ ਕਿੰਨੇ ਨੁਕਸਾਨ ਹੋਇਆ ਜਿਹੜਾ ਹੁਣ? ਆਪਣਾ 6 ਪਸ਼ੂਆਂ ਦਾ ਹੋਇਆ। ਸਵਾਗਤ ਹੈ ਦੋਸਤੋ, ਲੋਕ ਆਵਾਜ਼ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਮੋਹਨ ਸਿੰਘ ਔਲਖ। ਦੋਸਤੋ, ਪੂਰੇ ਪੰਜਾਬ ਦੇ ਵਿੱਚ ਹੀ ਇੱਕ ਬਿਮਾਰੀ ਨੇ ਪਸ਼ੂਆਂ ਨੂੰ ਜਿਹੜਾ ਆਪਣੀ ਪਕੜ ਦੇ ਵਿੱਚ ਲਿਆ। ਪਸ਼ੂਆਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਨੇ। ਲੰਪੀ ਸਕਿਨ ਨਾਂ ਦੀ ਬਿਮਾਰੀ ਆ। ਪਿੰਡਾਂ ਦੇ ਵਿੱਚ ਹਾਲਤ ਜ਼ਿਆਦਾ ਮਾੜੀ ਆ। ਡਾਕਟਰ ਨਹੀਂ ਪਹੁੰਚ ਰਹੇ, ਸਰਕਾਰ ਦੇ ਅਧਿਕਾਰੀ ਤੱਕ ਨਹੀਂ ਪਹੁੰਚ ਰਹੇ। ਲੋਕਾਂ ਦੇ ਵਿੱਚ ਰੋਸ ਵੀ ਆ ਤੇ ਲੋਕਾਂ ਦਾ ਨੁਕਸਾਨ ਬਹੁਤ ਹੋ ਰਿਹਾ। ਉਹ ਕੀ ਮੰਗ ਕਰਦੇ? ਆਪਾਂ ਪਿੰਡ ਔਲਖ ਦੇ ਵਿੱਚ ਆ, ਜ਼ਿਲ੍ਹਾ ਫਰੀਦਕੋਟ। ਪਿੰਡ ਦੇ ਵਾਸੀਆਂ ਤੋਂ ਜਾਣਦੇ ਕਿ ਕਿੰਨਾ ਹੁਣ ਤੱਕ ਜਿਹੜਾ ਨੁਕਸਾਨ ਹੋਇਆ ਤੇ ਉਹ ਕੀ ਮੰਗ ਕਰਦੇ ਆ। ਬਾਈ ਜੀ, ਪਹਿਲਾਂ ਤਾਂ ਇਹ ਦੱਸਿਓ ਜੀ ਕਿ ਕਿੰਨਾ ਨੁਕਸਾਨ ਪਿੰਡ 'ਚ ਹੋ ਚੁੱਕਿਆ? ਘੱਟ ਤੋਂ ਘੱਟ ਜਿਹੜੀ ਮੇਰੇ ਦਿਮਾਗ 'ਚ ਕੰਮ ਹੈ, ਕਿਉਂਕਿ ਮੈਂ ਸ਼ੁਰੂ ਤੋਂ ਲੈ ਕੇ ਗਾਵਾਂ ਦਾ ਕੰਮ ਕਰਦਾ ਲਗਭਗ 35 ਸਾਲ ਤੋਂ। ਹਾਂਜੀ। ਠੀਕ ਹੈ, ਦੁੱਧ ਦਾ ਹੀ ਕੰਮ ਕਰਦੇ ਹਾਂ। 30-32 ਗਾਈਆਂ ਦਾ ਤਾਂ ਮੈਨੂੰ ਪਤਾ ਵੀ ਆਪਣੇ ਪਿੰਡ ਦੇ ਵਿੱਚ ਨੁਕਸਾਨ ਹੋ ਚੁੱਕਿਆ। ਜਿਹੜੀਆਂ ਕਿ ਦੁੱਧ ਦੇਣ ਵਾਲੀ, ਕੋਈ ਤਿਆਰ ਸੂਣ ਵਾਲੀ, ਕੋਈ 2 ਮਹੀਨਿਆਂ ਤੋਂ ਸੂਣ ਵਾਲੀ ਰਹਿੰਦੇ ਆ, ਕੋਈ 2 ਮਹੀਨਿਆਂ ਦੀ ਸੂਈ ਹੋਈ ਹੈ, ਕੋਈ ਵੱਛੀਆਂ ਤਾਂ ਬਾਕੀ ਨੇ, ਉਹਨਾਂ ਦੀ ਤਾਂ ਆਪਾਂ ਗਿਣਤੀ ਨਹੀਂ ਦੇ ਸਕਦੇ। ਜ਼ਿਆਦਾ ਤੌਰ 'ਤੇ ਨੁਕਸਾਨ ਗਾਵਾਂ ਦਾ ਹੈ। ਹਾਂਜੀ। ਮਤਲਬ ਫਿਰ ਵੀ ਕੋਈ ਅਧਿਕਾਰੀ ਆਇਆ ਹੋਵੇ ਪਤਾ ਲੈਣ, ਵੀ ਕੋਈ ਮੁਆਵਜ਼ੇ ਦੀ ਗੱਲ, ਕੋਈ ਸਰਕਾਰੀ ਦਰਬਾਰੇ ਗੱਲ ਤੁਸੀਂ ਕੀਤੀ ਹੋਵੇ, ਕੋਈ ਪਹੁੰਚ ਕੀਤੀ ਹੋਵੇ? ਨਹੀਂ ਜੀ, ਪਹੁੰਚ ਕੋਈ ਨਹੀਂ ਕੀਤੀ, ਕਿਉਂਕਿ ਸਾਡੀ ਖੁਦ ਦੀ ਵੀ ਪ੍ਰੈਕਟਿਸ ਆ, ਆਪਦੀ ਵੀ ਇਸ ਕੰਮ 'ਚ, ਆਪਦੀ ਲਾਈਨ ਵੀ ਹੈ ਸਾਡੀ। ਇਹ ਮੰਨ ਲਓ ਵੀ ਹਰ ਇੱਕ ਕੰਮ ਵੈਟਰਨਰੀ ਕੰਮ ਕਰਨਾ ਆਉਂਦਾ ਵੀ ਹੈ ਤੇ ਡਾਕਟਰਾਂ ਦੀ ਮਦਦ ਫੋਨ 'ਤੇ ਲੈ ਆਈ ਹੈ ਤੇ ਡਾਕਟਰਾਂ ਨੇ ਮਦਦ ਫੋਨ 'ਤੇ ਹੀ ਦਿੱਤੀ ਹੈ। ਸਲਾਹ ਇੱਥੋਂ ਤੱਕ ਕੋਈ ਨਹੀਂ ਪਹੁੰਚਿਆ। ਨਹੀਂ, ਕੋਈ ਨਹੀਂ ਪਹੁੰਚਿਆ। ਨਾ ਸਿਵਲ ਦਾ, ਨਾ ਕੋਈ DC ਦਫ਼ਤਰ ਤੋਂ, ਨਾ ਕੋਈ ਮੈਸੇਜ, ਨਾ ਕੋਈ ਸੁਨੇਹਾ, ਕੋਈ ਨਹੀਂ ਪਹੁੰਚਿਆ ਸਾਨੂੰ ਅੱਜ ਤੱਕ। ਨਾ ਸਰਕਾਰ ਨੇ ਬਦਲਾਅ ਦੀ ਗੱਲ ਕੀਤੀ ਸੀ, ਕਹਿੰਦੇ ਸੀ ਵੀ ਲੋਕਾਂ ਦੀ ਬਾਂਹ ਫੜਾਂਗੇ। ਹੁਣ ਆਮ ਆਦਮੀਆਂ ਨਾਲ ਇੰਨਾ ਧੱਕਾ ਹੋ ਰਿਹਾ, ਪਸ਼ੂ ਪਾਲਣ ਦਾ ਕੰਮ ਕਰਦੇ ਆ, ਇੰਨਾ ਧੰਦ ਪਿੱਟਦੇ ਆ, ਫਿਰ ਵੀ ਇੰਨਾ ਨੁਕਸਾਨ ਹੋ ਗਿਆ ਤੇ ਕੋਈ ਪਹੁੰਚਿਆ ਨਹੀਂ ਪਹੁੰਚਿਆ ਸਰਕਾਰ ਦਾ ਕੋਈ ਵੀ ਅਧਿਕਾਰੀ ਨਹੀਂ। ਪਰ ਸਰਕਾਰ ਦੇ ਜਿਹੜੇ ਆਹ ਮੰਨ ਲਓ YouTube ਤੇ ਬਿਆਨ ਜ਼ਰੂਰ ਸੁਣੇ ਆ ਵੀ ਅਸੀਂ ਵੈਕਸੀਨ ਤਿਆਰ ਕਰ ਲਈਏ ਜੀ, ਵੈਕਸੀਨ ਅਸੀਂ ਹਵਾਈ ਜਹਾਜ਼ ਰਾਹੀਂ ਮੰਗਾ ਲਈ ਹੈ, ਹੈਦਰਾਬਾਦ ਤੋਂ ਮੰਗਾ ਲਈ ਹੈ, ਵੱਧ ਤੋਂ ਵੱਧ ਵੈਕਸੀਨ ਅਸੀਂ ਪਿੰਡਾਂ ਨੂੰ ਦੇਵਾਂਗੇ। ਪਰ ਇਹ ਬਿਮਾਰੀ ਚੱਲਦੀ ਦੇ ਵਿੱਚ ਵੈਕਸੀਨ ਲੱਗਦੀ ਨਹੀਂ। ਚਾਹੇ ਸਾਨੂੰ ਡਾਕਟਰ ਸਾਹਿਬ ਆ ਕੇ ਦੱਸਣ, ਡਿਪਟੀ ਡਾਕਟਰ ਆ ਕੇ ਸਾਡੇ ਦੱਸਣ, ਚਾਹੇ ਸਾਡੇ DC ਦਫ਼ਤਰ ਵਾਲੇ ਆ ਕੇ ਕੋਈ ਦੱਸਣ ਵੀ ਇਹ ਬਿਮਾਰੀ ਚੱਲਦੀ ਦੇ ਵਿੱਚ ਵੈਕਸੀਨ ਲੱਗਦੀ ਨਹੀਂ। ਨਾ ਡਾਕਟਰ ਸਾਹਿਬ ਲਾ ਹੀ ਸਕਦੇ ਆ, ਲਾਉਂਦੇ ਵੀ ਨਹੀਂ। ਇਹ ਤਾਂ ਬਿਮਾਰੀ ਫਿਲਹਾਲ ਵੱਧ ਜੂਗੀ। ਹੁਣ ਸਾਨੂੰ ਵੈਕਸੀਨ ਦਾ ਕੀ ਫਾਇਦਾ? ਸਾਨੂੰ ਸਮੇਂ ਸਿਰ ਵੈਕਸੀਨ ਮਿਲਣੀ ਚਾਹੀਦੀ ਹੈ। ਹਾਂ। ਹੁਣ ਕੀ ਮੰਗ ਕਰਦੇ ਆ ਜੀ? ਮੇਨ ਮੰਗ ਹੈ ਵੀ ਮਾੜੇ ਜ਼ਿਮੀਂਦਾਰ ਹੈ, ਮਾੜੇ ਜ਼ਿਮੀਂਦਾਰਾਂ ਦਾ ਪਸ਼ੂਆਂ ਦਾ ਨੁਕਸਾਨ ਹੋ ਗਿਆ, ਇਹਨਾਂ ਨੂੰ ਕੋਈ ਮੁਆਵਜ਼ੇ ਦਿੱਤੇ ਜਾਣ। ਠੀਕ ਹੈ, ਜਿਹੜੇ ਆਉਣ ਵਾਲੇ ਪਸ਼ੂ ਰਹਿੰਦੇ ਆ ਇਹਨਾਂ ਦਾ ਕੋਈ ਪਤਾ ਲਿਆ ਜਾਵੇ, ਇਹਨਾਂ ਦਾ ਕੋਈ ਸਹਾਇਤਾ ਹੋ ਜੇ, ਦਵਾਈਆਂ ਦੀ ਸਹਾਇਤਾ ਹੋ ਜੇ। ਕੰਪਨੀਆਂ ਵਾਲਿਆਂ ਦੇ ਰੇਟ ਬੜੇ ਵਧੇ ਆ, ਆਮ ਡਾਕਟਰਾਂ ਦੀਆਂ ਜਿਹੜੀਆਂ ਫੀਸਾਂ ਬੜੀਆਂ ਵਧੀਆਂ। ਪ੍ਰਾਈਵੇਟ ਡਾਕਟਰ ਮੁੰਡੇ ਕੰਮ ਕਰਦੇ, ਉਹਨਾਂ ਨੇ ਤਾਂ ਪੈਸੇ ਲੈ ਕੇ ਹੀ ਕੰਮ ਕਰਨਾ। ਉਹ ਤਾਂ ਬਿਨਾਂ ਪੈਸੇ ਤੋਂ ਕੰਮ ਕਰਨਾ ਹੀ ਨਹੀਂ ਉਹਨਾਂ ਨੇ। ਸਰਕਾਰੀ ਡਾਕਟਰ ਨਹੀਂ, ਸਰਕਾਰੀ ਡਾਕਟਰ ਅਸੀਂ ਤਾਂ ਦੇਖਿਆ ਹੀ ਨਹੀਂ, ਔਲਖਾਂ ਦੇ ਵਿੱਚ ਹੀ ਨਹੀਂ ਦੇਖਿਆ। ਜੇ ਅਸੀਂ 1-2 ਵਾਰੀ ਵੈਟਨਰੀ ਹਸਪਤਾਲ ਪੰਜਗਰਾਈ ਗਏ ਵੀ ਹਾਂ ਤਾਂ ਉਹ ਕਹਿੰਦੇ ਅੱਜ ਛੁੱਟੀ 'ਤੇ ਹੈ, ਜਾਂਚ ਦਫ਼ਤਰ ਗਏ।
ਆਪਣੇ ਨਾਲ ਹੋਰ ਵੀ ਲੋਕ ਨੇ। ਬਾਈ ਤੁਹਾਡਾ ਵੀ ਪਸ਼ੂ ਦਾ ਨਹੀਂ, ਤੁਹਾਡੇ ਪਸ਼ੂ ਦਾ ਵੀ ਨੁਕਸਾਨ ਹੋਇਆ? ਸਿਰੇ ਕਰਦਾ ਬਾਈ ਨੇ। ਕੋਈ ਡਾਕਟਰ ਦੀ ਸਾਡੇ ਕੋਲ ਪਹੁੰਚ ਹੈ ਨਹੀਂ ਗੀ, ਕੋਈ ਸਾਨੂੰ ਸਹੂਲਤ ਨਹੀਂ ਗਵਰਨਮੈਂਟ ਦੀ, ਠੀਕ ਆ। ਕੋਈ ਡਾਕਟਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਸਰਕਾਰੀ, ਸਾਨੂੰ ਕੋਈ ਵੈਕਸੀਨ ਮਿਲਣੀ ਚਾਹੀਦੀ, ਮਿਲਣੀ ਵੀ ਮਤਲਬ ਪਹਿਲਾਂ ਚਾਹੀਦੀ ਸੀ 2 ਮਹੀਨੇ। ਤੇ ਜਦੋਂ ਸਾਡਾ ਨੁਕਸਾਨ ਹੀ ਅੱਜ ਹੋ ਗਿਆ ਤੇ ਉਹ ਤੋਂ ਹੁਣ ਤਾਂ ਕੋਈ ਬਾਅਦ ਚ ਜਿਹੜੇ ਤੰਦਰੁਸਤ ਪਸ਼ੂ ਆ ਉਹਨਾਂ ਨੂੰ ਹਾਲੇ ਵੀ ਮਿਲ ਜੇ, ਕੋਈ ਮਾੜੀ ਗੱਲ ਨਹੀਂ। ਤੁਹਾਡਾ ਕਿੰਨਾ ਨੁਕਸਾਨ ਹੋਇਆ ਜੀ? ਨੁਕਸਾਨ ਮੇਰੇ ਕੋਲ 20 ਲੀਟਰ ਵਾਲੀ ਇੱਕ ਗਾਂ ਸੀਗੀ, ਇੱਕ ਮੇਰੀ ਗਾਂ ਪਈ ਬੈਠੀ ਹੈ, ਇੱਕ ਦੀ ਮੌਤ ਹੋ ਗਈ ਹੈ 2 ਦਿਨ ਹੋ ਗਏ। ਦੂਜੀ ਵੀ ਬਿਮਾਰ ਆ? ਬਿਮਾਰ ਆ, ਇੱਕ ਤੀਜੀ ਵੀ ਬਿਮਾਰ ਖੜੀ ਹੈ ਪਰ ਥੋੜੀ ਠੀਕ ਆ, ਹੋ ਯਾਨੀ ਕਿ ਪੱਠੇ ਮਾੜੇ ਮੋੜ ਚੱਕਦੀ ਹੈ। ਹੁਣ ਨੁਕਸਾਨ ਕਿਵੇਂ, ਮਤਲਬ ਇੰਨਾ ਆਪਾਂ ਪੁੱਤਾਂ ਵਾਂਗੂ ਪਾਲਦੇ ਆ, ਕੋਈ ਸਰਕਾਰ ਦਾ ਕੁਝ ਹੋਰ ਕੋਈ ਮਦਦ ਝਾਕਤ ਦਿੰਦੀ ਨਹੀਂ ਕਿਸੇ ਸਰਕਾਰ ਦੀ। ਇਦੋਂ ਪਹਿਲਾਂ ਵੀ ਸਾਨੂੰ ਵੋਟਾਂ ਪਾਉਣ ਨੂੰ ਬਹੁਤ ਸਮਾਂ ਤੁਰਿਆ ਆ। ਸਰਕਾਰਾਂ ਕਿਤੇ ਕਾਂਗਰਸ, ਅਕਾਲੀਆਂ ਦੀ, ਯਾਰ ਕਿ ਆਮ ਆਦਮੀ ਆਈ ਸੀਗੀ ਵੀ ਕੋਈ ਝਾਕ ਸਾਨੂੰ ਚੰਗੀ ਸੀ ਵੀ ਸਾਨੂੰ ਕੋਈ ਡਾਕਟਰ ਦੀ ਸਹੂਲਤ ਮਿਲ ਜੂਗੀ, ਪਰ ਹਾਲੇ ਸਾਨੂੰ ਕੋਈ ਸਹੂਲਤ ਨਹੀਂ ਮਿਲੀਗੀ, ਨਹੀਂ ਮਿਲੀ। ਇੰਨਾ ਮਤਲਬ ਮਿਹਨਤ ਕਰਦੇ ਆ ਆਪਾਂ, ਪਸ਼ੂਆਂ ਨਾਲ ਪਸ਼ੂ ਹੋ ਜਾਂਦੇ ਆ, ਇੰਨਾ ਨੁਕਸਾਨ ਹੋ ਗਿਆ, ਹੁਣ ਕਿਵੇਂ ਪੂਰਾ ਹੋਊ? ਕੀ ਘਾਟਾ? ਬਸ ਉਹ ਪਰਮਾਤਮਾ ਹੀ ਕਰਨ ਵਾਲਾ ਪੂਰਾ। ਗੌਰਮੈਂਟਾਂ ਦਾ ਵੇਖੋ ਇੱਕ ਦੇਣੀ ਆ, ਤੇ ਆਪਣੇ ਸਾਰੇ ਨਗਰ ਦੇ ਲੋਕ ਆ ਜੇ ਦੇਣਗੇ ਤਾਂ ਚੰਗੀ ਗੱਲ ਦੇ ਦੇਣ ਤਾਂ। ਕੀ ਨੁਕਸਾਨ ਹੋਇਆ ਜੀ ਪਸ਼ੂਆਂ ਦਾ? ਗਾਂ ਸੀਗੀ, ਸੱਜਰ ਸੂਈ ਸੀਗੀ, 40,000 ਦੀ ਲਈ ਸੀ, ਹਲੇ ਮਹੀਨਾ ਕੀ ਹੋਇਆ ਤੇ ਉਹ ਵੀ ਮੌਤ ਹੋ ਗਈ ਉਹਦੀ। ਇਸੇ ਬਿਮਾਰੀ ਨਹੀਂ ਹੋਈ। ਇਸੇ ਬਿਮਾਰੀ ਨਾਲ ਇੰਨਾ ਹੁਣ ਵੀ 40,000 ਰੁਪਈਆ ਇੱਕ ਮਜ਼ਦੂਰ ਬੰਦੇ ਨੂੰ ਇਕੱਠਾ ਕਰਨਾ ਹੀ ਔਖਾ ਜੀ। 8,000 ਤਾਂ ਉੱਤੇ ਹੀ ਲਾਤਾ। ਇੱਥੋਂ ਫਰੀਦਕੋਟ ਤੋਂ ਡਾਕਟਰ ਮੰਗਾਉਂਦੇ ਰਹੇ, 1,000 ਰੁਪਈਆ ਤਾਂ ਉਹਦਾ ਫੀਸ ਸੀ ਤੇ 1,000 ਰੁਪਈਏ ਦੀਆਂ ਬੋਤਲਾਂ ਲਾ ਜਾਂਦਾ ਸੀ। 8-7 ਦਿਨ ਆਉਂਦਾ ਰਿਹਾ, 8-9,000 ਰੁਪਈਆ ਉੱਤੇ ਵੀ ਲਾਤਾ ਉਹਦੇ ਤੇ, ਪਰ ਬਚੀ ਫੇਰ ਵੀ ਨਹੀਂ ਗੀ। ਹੁਣ ਬਹਿ ਗਏ ਆ, ਫਿਰ ਕੀ ਕਰਦੇ? ਕੰਮ ਕੀ ਕਰਦੇ ਹੋ? ਦਿਹਾੜੀ ਦਾ ਆਪਾਂ ਕਰਕੇ ਫਿਰ ਵੀ ਪਸ਼ੂ ਲਿਆ ਵੀ ਚੱਲ ਦੁੱਧ ਬਾਅਦ ਹੋਊਗਾ ਆਪਦਾ, ਫਿਰ ਵੀ ਨੁਕਸਾਨ ਹੋ ਗਿਆ। ਉਹ ਵੀ ਡੁੱਡੇ ਸਵਾਈ ਚੱਕ ਕੇ ਲਈ ਸੀਗੀ ਤੇ ਉਹੀ ਫੇਰ ਉਹ ਵੀ ਸਿਰ ਰਹਿ ਗਏ। ਹੁਣ ਕਿਹਾ ਸੀ ਚੱਲ ਦੁੱਧ 'ਚ ਟਾਈਮ ਪਾਸ ਕਰ ਲਾਂਗੇ ਤੇ ਉਹ ਵੀ ਨਹੀਂ ਹੋ ਰਿਹਾ ਹੁਣ, ਬਸ ਨਾ ਹੁਣ ਲਈ ਜਾਵੇ। ਬਾਪੂ ਕਿੰਨਾ ਨੁਕਸਾਨ ਹੋਇਆ ਜੀ ਪਸ਼ੂਆਂ ਦਾ? ਨੁਕਸਾਨ ਤਾਂ ਜੀ ਅੰਤੋਂ ਬਾਹਲਾ ਹੋ ਗਿਆ। ਇੱਕ ਗਾਂ ਬੈਠੀ ਦੇਖੋ, ਘੱਟੋ ਘੱਟ 70,000 ਦੀ ਆ। ਇੱਕ ਗਾਂ ਦੀ ਮੌਤ ਹੋ ਗਈ, ਉਹ ਅਸੀਂ ਆਪਣੇ ਔਲਖ ਪਿੰਡ ਤੋਂ ਮੁੱਲ ਲਿਆਂਦੀ 64,000 ਦੀ। ਪਹਿਲੇ ਸੂਏ ਲਿਆਂਦੀ ਸੀ, ਹੁਣ ਉਹਦਾ ਦੂਜਾ ਸੂਆ ਸੀ। ਘੱਟੋ ਘੱਟ 12 ਕਿਲੋ ਦੁੱਧ ਢੰਗ ਦਾ ਦਿੰਦੀ ਸੀ। ਤੇ ਬਾਕੀ ਦੇਖੋ ਆ ਗਾਈਆਂ ਤੁਹਾਨੂੰ ਦਿਸੀ ਜਾਂਦੀਆਂ ਕਿੰਨੇ ਇਹਨਾਂ ਦੇ ਪਿੰਡੇ ਦੇ ਨਿਸ਼ਾਨ ਆ। 2 ਮਹੀਨੇ ਹੋ ਗਏ ਸਾਨੂੰ ਇਹਨਾਂ ਦੀ ਦਵਾ ਬੂਟੀ ਕਰੀ ਜਾਂਦਿਆਂ ਨੂੰ। ਘੱਟੋ ਘੱਟ ਵੀ 5,000 ਦਵਾ ਦਾ ਖਰਚਾ ਆ ਜਾਂਦਾ ਡੇਲੀ। ਤੇ ਜਿਹੜਾ ਸਾਡਾ ਖਰਚਾ ਛੋਟੇ ਫਾਰਮਰ ਆ, ਖਰਚਾ ਪੂਰਾ ਨਹੀਂ ਆ ਰਿਹਾ। ਯਾਰ ਕੋਈ ਨਹੀਂ, 2-2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਵਿਚਾਰਿਆਂ ਦਾ। ਹੁਣ ਇੱਕ ਤਾਂ ਪਈ ਆ ਤੇ 2 ਇਦੋਂ ਪਹਿਲਾਂ ਵਿਚਾਰੀਆਂ ਪੂਰੀਆਂ ਹੋ ਗਈਆਂ। ਹੁਣ ਜੇ ਕੋਈ ਸਰਕਾਰੀ ਸਹਾਇਤਾ ਹੈਗੀ ਆ ਤਾਂ ਸਰਕਾਰ ਮਦਦ ਕਰ ਦੇਵੇ ਵੀ ਚੱਲ। ਛੋਟਾ ਕਿਸਾਨ ਆ, ਕੋਈ ਏਡਾ ਵੱਡਾ ਕਿਸਾਨ ਹੈ ਵੀ ਨਹੀਂ ਗਾ ਵੀ ਜਿਹੜਾ ਵਿਚਾਰਾ ਵੀ ਦੁੱਧ 'ਤੇ ਗੁਜ਼ਾਰਾ ਕਰਦਾ। ਬਾਕੀ ਆ ਵਿਚਾਰੇ 2-3 ਪਹਿਲਾਂ ਮਰ ਗਈਆਂ, ਕਾਹ ਪਈ ਆ। ਜੇ ਕੋਈ ਸਰਕਾਰੀ ਸਹੂਲਤ ਹੈਗੀ ਆ ਤਾਂ ਦਿੱਤੀ ਜਾਵੇ, ਕੋਈ ਵੈਕਸੀਨ ਵਗੈਰਾ ਜਾਂ ਕੋਈ ਸਰਕਾਰ ਸਹੂਲਤ ਦੇ ਦੇਵੇ। ਹੁਣ ਬਾਕੀ ਇਹ ਵੀ ਵਿਚਾਰਾ ਐਡਾ ਬਜ਼ੁਰਤਾ ਬੰਦਾ, ਇਹ ਵੀ ਐਡਾ ਕਮਾਈ ਵਾਲਾ ਹੈ ਨਹੀਂਗਾ। ਹਾਂ, ਵਿਚਾਰੇ ਦੇ 2-3 ਵਾਰੀ ਲੱਤਾਂ ਇਨਫੈਕਸ਼ਨ ਹੋ ਗਈ ਸੀ, ਟੁੱਟ ਗਈਆਂ ਸੀਗੀਆਂ, ਟਰਾਲੀ ਥੱਲੇ ਆ ਗਿਆ ਸੀਗਾ। ਜਾਣੀ ਵਿਚਾਰੀ ਸਹਾਇਤਾ ਜਿੰਨੇ ਵੀ ਹੋ ਸਕਦੇ ਬੰਦੇ ਸਾਰੇ ਕਮਜ਼ੋਰ ਬੰਦੇ ਹੀ ਆ ਜਿਨ੍ਹਾਂ ਨੇ ਇਹ ਕੰਮ ਕੀਤਾ। ਹਾਂ ਸਹੀ ਗੱਲ ਆ ਜੀ। ਜਿਨ੍ਹਾਂ ਦੇ ਬੰਦਿਆਂ ਦਾ ਸਰਦਾ ਸੀ ਉਹ ਬਾਹਰ ਨਿਕਲ ਕੇ ਜਾਂ ਆਪਦੀ ਖੇਤੀਬਾੜੀ ਵੱਡੀ ਚਲਾਈ ਬੈਠੇ ਜਾਂ ਕੋਈ ਹੋਰ ਬਿਜ਼ਨਸ। ਇਹ ਤਾਂ ਛੋਟੇ ਜਿਹੇ ਫਾਰਮਰ ਹੀ ਆ। ਕਿੰਨਾ ਮਤਲਬ ਜਿਹੜਾ ਦੁੱਧ ਬਾਦ ਦਾ ਵੀ ਕਿੰਨਾ ਨੁਕਸਾਨ, ਦੁੱਧ ਬਾਦ ਦਾ ਕਿੰਨਾ ਹੋਏਗਾ? ਦੁੱਧ ਦਾ ਦੇਖ ਲਓ ਜੀ, ਡੇਲੀ 20 ਕਿਲੋ ਦਾ ਨੁਕਸਾਨ ਹੋ ਗਿਆ ਸਾਡਾ। ਡਾਇਰੀ ਤੇ ਦੇਖ ਸਕਦੇ ਹਾਂ, ਜਾਂਦਾ ਹੁਣ ਵੀ ਜਾਂਦਾ ਤੇ ਅੱਗੇ ਵੀ ਜਾਂਦਾ। ਤੇ ਬਾਕੀ ਤੁਹਾਨੂੰ ਦੱਸਦਾ ਵੀ 12 ਕਿਲੋ ਦੁੱਧ ਉਹ ਗਾਂ ਦਿੰਦੀ ਸੀਗੀ, ਡੰਗ ਦਾ 12 ਹੀ ਇਹ ਦਿੰਦੀ ਸੀਗੀ। ਤੇ ਜਿਹੜਾ ਇਹਨਾਂ ਦੀ ਆ ਦੂਜੀਆਂ ਦੀ ਵੇਖੋ ਵੀ ਦਵਾ ਬੂਟੀ ਨਾਲ ਗਰਮ ਲੱਗਣ ਨਾਲ ਦੁੱਧ ਕਿੰਨਾ ਘਟ ਗਿਆ। ਉਹ ਦੇਖੋ ਇੱਧਰ ਗਾਂ ਵੱਲ ਕਿਵੇਂ ਮੂੰਹ ਟੱਡਿਆ। ਬਾਕੀ ਆ ਬੱਚੇ ਆ, ਇਹਨਾਂ ਨੂੰ ਆ ਵੇਖੋ ਭੂਰਾ ਕੁ ਬੱਚਾ, ਇਹਦੇ ਕਿੱਡੇ ਮੂੰਹ ਤੇ ਦਾਗ ਪਿਆ।
ਉਹ ਪਰੇ ਬੈਠੀਆਂ ਉਹਨਾਂ ਨੂੰ ਅਸੀਂ ਦਵਾ ਬਹੁਤ ਦੇ ਹਟੇ ਆ, ਉਹ ਨਹੀਂ ਅਜੇ ਹਟੇ। ਬਾਕੀ 1-2 ਗਾਈਆਂ ਸਾਡੀਆਂ ਇੰਨੀ ਗਰਮੀ ਹੋਣ ਕਰਕੇ ਤੇ ਦਵਾ ਬੋਟੀ ਦੇਣ ਕਰਕੇ ਫਰਾਕਲਾਂ ਵੀ ਹੋ ਗਈਆਂ। ਆ ਵੀ ਦੁਬਾਰੇ ਬੋਲ ਪਈ, ਉਹ ਵੀ ਦੁਬਾਰੇ ਬੋਲ ਪਈ, ਤੇ ਆ ਵੀ ਦੁਬਾਰੇ ਬੋਲੂਗੀ। ਜੇ ਉਹ ਉੱਠ ਖੜੀ ਤਾਂ, ਜੇ ਉੱਠੀ ਨਾ ਫਿਰ ਕਹਿ ਨਹੀਂ ਸਕਦੇ। ਕੋਈ ਸਰਕਾਰ ਵੱਲੋਂ ਜੀ ਕੋਈ ਮਦਦ ਆਈ ਹੋਵੇ, ਕੋਈ ਸਰਕਾਰੀ ਡਾਕਟਰ ਹੀ ਪਹੁੰਚਿਆ ਹੋਵੇ ਕੋਈ ਵੇਖਣ? ਸਾਡੇ ਡੈਰੀ ਵਾਲੇ ਡਾਕਟਰ ਆਉਂਦੇ ਆ ਜੀ, ਨੈਸਲੇ ਵਾਲਿਆਂ ਦੇ, ਹੋਰ ਕੋਈ ਡਾਕਟਰ ਨਹੀਂ ਆਉਂਦਾ ਨਾ। ਹੋਰ ਇਹ ਦੇਖੋ, ਚੱਲ ਤਾਂ ਚੰਗਾ ਧੰਦਾ ਸੀ, ਗਰੀਬ ਬੰਦਾ ਚਲਾਈ ਜਾਂਦਾ ਸੀਗਾ, ਤੇ ਹੁਣ ਚਲਾਊ ਵੀ ਕਿੱਥੋਂ? ਚੱਲ ਇਹਨਾਂ ਦਾ ਟਾਈਮ ਪਾਸ ਹੋਈ ਜਾਂਦਾ ਸੀ ਵਿਚਾਰਿਆਂ ਦਾ ਵਧੀਆ। ਫਿਰ ਹੁਣ ਜਦੋਂ ਪਸ਼ੂ ਹੀ ਪੈ ਗਏ ਤੇ ਇਹਦੀ ਖਾਤਰ ਇਹਨਾਂ ਦੀ ਖਾਤਰ ਹੀ ਇਹ ਤੁਰੇ ਫਿਰਦੇ ਆ, ਧੰਦ ਪਿੱਟਦੇ ਫਿਰਦੇ ਆ। ਹੁਣ ਜਦੋਂ ਪਸ਼ੂ ਹੀ ਵਿਚਾਰਿਆਂ ਦੇ ਪੈ ਗਏ ਤੇ ਫਿਰ ਗਾਂ ਬੰਦੇ ਨੂੰ ਹੌਸਲਾ ਵੀ ਕੀ ਹੋਵੇ, ਕੀ ਉਹ ਗਾਂ ਕਰੇ ਵੀ। ਉਹ ਹੁਣ ਅਸੀਂ ਜੇ ਤਾਂ ਹੌਸਲਾ ਹੋ ਜੇ ਵੀ ਪਸ਼ੂ ਤੰਦਰੁਸਤ ਆ, ਫਿਰ ਤਾਂ ਗਾਂ ਵੀ ਬੰਦਾ ਕਮਾਈ ਵੀ ਕਰੇ, ਵੀ ਚੱਲ ਪਸ਼ੂਆਂ ਦੀ ਦੇਖਭਾਲ ਕਰੇ। ਜਦੋਂ ਪਸ਼ੂ ਹੀ ਬਿਮਾਰ ਪਿਆ ਤਾਂ ਗਾਂ ਹੌਸਲਾ ਨਹੀਂ ਬਣਦਾ ਗਾ। ਹੁਣ 20 ਕਿੱਲੇ ਠੇਕੇ ਤੇ ਲੈ ਕੇ ਅਸੀਂ 4 ਪਾਇਆ। ਦੇਖੋ ਆ ਪਿਆ ਸਾਡਾ, ਹੋ ਪਿਆ, ਉਧਰ ਪਿਆ, ਇੱਧਰ ਪਿਆ। ਦੱਸੋ ਇਹ ਖਰਚਾ ਇਹਨਾਂ 'ਚੋਂ ਹੀ ਪੂਰਾ ਹੋਣਾ ਸੀ। ਜਦੋਂ ਇਹੀ ਬਿਮਾਰ ਪਿਆ ਤਾਂ ਵਿਚਾਰਾ ਖਰਚੇ ਵੀ ਕਿੱਥੋਂ ਪੂਰੇ ਕਰਨ ਇਹ। ਵੀ ਜਦੋਂ ਬਿਮਾਰ ਹੀ ਹੈ, ਪਸ਼ੂ ਪਿਆ, ਪਸ਼ੂਆਂ ਦੀ ਖਾਤਰ ਹੀ 4 ਪਾਇਆ। ਜਦੋਂ ਪਸ਼ੂ ਹੀ ਪਏ ਤਾਂ ਫਿਰ ਟਾਈਮ ਪਾਸ ਵੀ ਕਿਹੜੇ ਹਿਸਾਬ ਨਾਲ ਕਰਨਾ। ਇਹ 4 ਤੇ ਕਿੰਨਾ ਖਰਚਾ ਆਇਆ ਜੀ ਹੁਣ ਇਹ ਮਤਲਬ ਪਸ਼ੂਆਂ ਦੇ ਕੰਮ? 4 ਦੇਖੋ ਜੀ, ਦੂਜਾ ਵੀ 4 ਤੇ ਜੀ ਕੁੱਲ ਮਿਲਾ ਕੇ ਸਾਰਾ ਸਣੇ ਡੀਜ਼ਲ ਡੂਜ਼ਲ 20,000 ਰੁਪਇਆ ਖਰਚਾ ਆ ਜਾਂਦਾ ਕਿੱਲੇ ਦਾ। ਨਹੀਂ ਜ਼ਿਆਦਾ ਆ। ਹਾਂ ਨਹੀਂ ਜ਼ਿਆਦਾ ਹੀ ਆ ਜਾਂਦੀਆਂ ਨੇ। ਆਪਾਂ ਇਹ 4 ਮੁੱਲ ਵੀ ਲੈਨੇ ਆ ਤੇ ਤਾਂ ਵੀ ਸਾਨੂੰ 6.5 ਰੁਪਏ ਕਿਲੋ ਮਿਲਦਾ। 1 ਕਿਲੋ ਦੀ ਕੀਮਤ 6.5 ਰੁਪਈਆ। ਡੈਰੀ ਵਾਲਿਆਂ ਤੋਂ ਵੀ ਮੰਗਾਉਂਦੇ ਆ ਤਾਂ 10,000 ਸਬਸਿਡੀ ਦੇ ਦਿੰਦੇ ਆ। 10 ਟਨ ਦਾ 62,000 ਲੈਂਦੇ ਆ, ਸਾਥੋਂ 52,000 ਲੈਂਦੇ ਆ ਤੇ 10,000 ਸਬਸਿਡੀ ਦੇ ਦਿੰਦੇ ਆ। ਤਾਂ ਵੀ ਉਹ 5.5 ਰੁਪਏ ਫਿਰ ਵੀ ਪੈ ਜਾਂਦਾ। ਜਿਹੜਾ ਆਮ ਲੈਂਦੇ ਆ ਹੁਣ ਤਾਂ 5-5.5 ਰੁਪਏ ਪੈਂਦਾ। ਮਤਲਬ ਬਹੁਤ ਨੁਕਸਾਨ, ਬਹੁਤ ਜ਼ਿਆਦਾ ਨੁਕਸਾਨ ਆ ਜੀ। ਕਿੰਨੇ ਦੀ ਲਈ ਸੀ ਜੀ ਗਾਂ? ਇਹ 10,000 ਦੀ ਲਈ ਸੀ ਜੀ। ਲਈ ਸੀ। ਹਾਂਜੀ। ਦਵਾਈ ਦੂਈ ਹੁਣ? ਹਾਂਜੀ ਦਵਾਈ ਆਨੇ ਆ ਜੀ, ਪਰ ਆਰਾਮ ਨਹੀਂ ਆਉਂਦਾ ਪਿਆਗਾ। ਹਾਂਜੀ। ਕੋਈ ਸਰਕਾਰੀ ਕੋਈ ਮਦਦ ਚਾਹੀਦੀ ਹੈ ਵੀਰੇ, ਅਸੀਂ ਤਾਂ ਗਰੀਬ ਬੰਦੇ ਆ। ਹਾਂਜੀ। ਕੀ ਕੰਮ ਕੀ ਕਰਦੇ ਹੋ ਜੀ? ਆਹੀ ਮਜ਼ਦੂਰੀ ਦਾ ਹੀ ਕਰਦੇ ਆ ਜੀ। ਹਾਂਜੀ ਮਜ਼ਦੂਰੀ ਆ ਜੀ। ਦਵਾਈ ਕਿੱਥੋਂ, ਪਿੰਡੋਂ ਹੀ ਦਵਾਈ? ਹਾਂਜੀ ਪਿੰਡੋਂ ਹੀ ਦਵਾਈ ਆਨੇ ਆ ਜੀ। ਜਿਹੜਾ ਵੀ ਕੁਛ ਕਹਿੰਦੇ ਆ ਵੀਰੇ, ਅਸੀਂ ਉਹੀ ਕੁਛ ਕਰੀ ਜਾਂਦੇ ਆ, ਪਰ ਆਰਾਮ ਹੀ ਨਹੀਂ ਆਉਂਦਾ ਪਿਆਗਾ। ਜੇ ਭਈ ਉਹਨਾਂ ਦੀ ਮਰਜ਼ੀ ਹੈ, ਜਿਹੜੇ ਦੇਣਗੇ ਵਿਚਾਰੇ। ਆਪਾਂ ਹੁਣ ਜ਼ੋਰ ਪਾ ਕੇ ਤਾਂ ਕਹਿ ਨਹੀਂ ਸਕਦੇ ਹੈ ਨਾ। ਤੇ ਵੀ ਜੇ ਦੇ ਦੇਣਗੇ ਤਾਂ ਸਾਡਾ ਗਰੀਬਾਂ ਦਾ ਟਾਈਮ ਪਾਸ ਹੋ ਜਾਊਗਾ। ਕੋਈ ਹੋਰ ਹੁਣ ਤਾਂ ਹੁਣ ਦਿਹਾੜੀ ਵਾਲੇ ਹੈਗੇ ਆ। ਦੁੱਗਣੇ ਤਾਂ ਬਈ ਅਸੀਂ ਇਹਦੇ ਉੱਤੇ ਹੀ ਲਾਈ ਜਾਂਦੇ ਆ ਪੈਸੇ। ਰੋਜ਼ 4-4 500 ਦੀ ਦਵਾਈ ਦਵਾਉਣੇ ਅਸੀਂ ਇਹਨੂੰ, ਇਹ ਬਚ ਜੇ। ਹੁਣ ਵੀ ਦਵਾ ਕੇ ਦੇ ਕੇ ਗਏ। ਹਾਂਜੀ ਹੁਣੀ ਦਵਾ ਕੇ ਹਟਿਆ, ਹਜੇ ਅੱਧਾ ਘੰਟਾ ਹੀ ਹੋਇਆਗਾ ਬਸ। ਹਾਂਜੀ ਦੁੱਖ ਤਾਂ ਵੀਰੇ ਹੈਗੇ ਆ। ਹੁਣ ਇੰਨੇ ਪੈਸੇ ਲਾਏ ਸੀ, ਅਸੀਂ ਗਰੀਬ ਬੰਦੇ, ਅਸੀਂ ਇੰਨਾ ਕਿੱਥੋਂ ਪੂਰਾ ਕਰ ਗਏ। ਵੀ ਔਖੇ ਆ ਹੁਣ। ਮੈਂ ਦਿੰਦੀ ਸੀ ਵਿਚਾਰੀ ਤੇ ਉਦੋਂ ਦੀ ਬੈਠੀ ਮੱਲ ਲੈਵਨੇ। ਹੁਣ ਹੋਰ ਕੀ ਕਰਗੇ, ਟਾਈਮ ਪਾਸ ਹੈ, ਮੱਲ ਵੀ ਨਹੀਂ ਮਿਲਦਾ ਗਾ। ਇਹਨੇ ਹੁਣ ਦਿਹਾੜੀ ਜੇ ਇਹਨੇ ਅੱਧੀ ਦਿਹਾੜੀ ਲਾਉਂਦੇ ਆ, ਕਿੰਨੇ ਕੁ ਪੈਸੇ ਦਿੰਦੇ ਆ ਗੱਲੇ। ਤੇ ਹੁਣ ਘਰੇ ਖਰਚਾ ਵੀ ਚਾਹੀਦਾ, ਦੁੱਧ ਵਾਧਨ ਵੀ ਚਾਹੀਦੇ ਆ। ਉਹ ਜਿਹੜਾ ਦੇਣਗੇ ਵਿਚਾਰੇ, ਉਹਨਾਂ ਦੀ ਸ਼ਾਬਾਸ਼ੀ ਹੈ। ਹਾਂ ਉਹ ਸਾਡਾ ਤਾਂ ਇੰਨਾ ਕੁ ਹੈਗਾ। ਆਪ ਹੀ ਹਾਲਤ ਵੇਖ ਸਕਦੇ ਆ, ਵੇਖ ਲਓ ਕੀ ਬਣੀ ਪਈ ਆ ਹਾਲਤ ਇਹਦੀ। ਇਹੋ ਜਿਹੀ ਕਿਹੋ ਜਿਹੀ ਬਿਮਾਰੀ ਆ ਇਹ। ਕਿੰਨੇ ਪਸ਼ੂ ਕਿੰਨੇ ਲੋਕਾਂ ਦੇ ਮਰ ਗਏ, ਕਿੰਨੇ ਗਰੀਬ ਘਰ ਵਿਚਾਰੇ ਉਜੜੇ ਪਏ ਆ। ਹੁਣ ਤੁਸੀਂ ਦੱਸਦੇ ਜੀ ਵੀ ਗਾਂ ਦਾ ਜੀ? ਹਾਂਜੀ ਸਰ ਵੀਰੇ ਬਹੁਤ ਮਹਾਰਾਜ ਜੀ ਵਿਆਜੂ ਚੱਕ ਕੇ, ਅਸੀਂ ਗਰੀਬ ਆਦਮੀ ਆ ਜੀ, ਵਿਆਜੂ ਚੱਕ ਕੇ ਲਈ ਸੀ ਜੀ। ਤੇ ਹੁਣ ਬਸ 15 ਦਿਨ ਹੋ ਗਏ ਵੀ ਬਿਮਾਰ ਆ, ਕੁਛ ਨਹੀਂ ਖਾਂਦੀ ਪੀਂਦੀ ਜੀ। ਤੇ ਬਹੁਤ ਔਖਾ ਜੀ ਇਲਾਜ ਦਾ ਜੀ? ਇਲਾਜ ਵੀਰੇ ਵਿਆਜੂ ਚੱਕ ਕੇ ਅਸੀਂ ਦਿਹਾੜੀਆਂ ਕਰ ਕਰੀ ਜਾਂਦੇ ਆ, ਕੋਈ ਸਹਾਇਤਾ ਨਹੀਂ ਮਿਲਦੀ ਜੀ। ਕਿੰਨੇ ਦੀ ਲਈ ਸੀ ਜੀ? ਇਹ ਲਈ ਸੀ ਵੀਰੇ 30,000 ਦੀ। ਪ੍ਰਾਈਵੇਟ ਡਾਕਟਰ ਤੋਂ ਕਰਾ ਰਹੇ ਇਲਾਜ, ਸਰਕਾਰੀ ਨਹੀਂ ਆਇਆ? ਨਹੀਂ ਜੀ।
ਬਹੁਤ ਔਖਾ ਜੀ ਐ ਪਸ਼ੂ ਪਹਿਲਾਂ ਬਹੁਤ ਔਖਾ ਜੀ। ਕਿੰਨਾ ਟਾਈਮ ਹੋ ਗਿਆ ਜੀ ਗਾਂ ਨੂੰ ਜੀ? ਇਹਨੂੰ 4 ਮਹੀਨੇ ਹੋਏ ਆ ਵੀਰੇ। 4 ਮਹੀਨੇ। ਹਾਂਜੀ 4 ਮਹੀਨੇ ਬਾਅਦ ਪਸ਼ੂ ਹਾਂਜੀ। ਬਿਮਾਰ ਹੋ ਗਿਆ। ਦਿਹਾੜੀ ਕਰਦੇ ਕੋਈ ਹੋਰ ਤਾਂ ਕੰਮ ਧੰਦਾ ਨਹੀਂ ਹੈ ਜੀ? ਨਹੀਂ ਜੀ, ਦਿਹਾੜੀ ਤੱਪੇ ਹੀ ਕਰਦੇ ਆ ਜੀ। ਕੀ ਮੰਗ ਕੀ ਕਰਦੇ ਸਰਕਾਰ ਤੋਂ ਜੀ? ਸਰਕਾਰ ਤੋਂ ਮੰਗ ਜੀ ਸਾਡੀ ਇਹੀ ਹੈ ਵੀ ਸਾਡੀ ਗਰੀਬ ਨੂੰ ਮਾੜੀ ਮੋਟੀ ਸਹਾਇਤਾ ਹੋਣੀ ਚਾਹੀਦੀ ਹੈ ਜੀ। ਹਾਂਜੀ ਸਰਕਾਰ ਕੋਲ ਸਾਨੂੰ ਗਰੀਬ ਨੂੰ ਸੌਖਾ ਜੀ ਦਵਾਈ ਪੁੱਟੀ ਪਸ਼ੂ ਨੂੰ ਚੰਗੀ ਦਵਾਈ ਜਾਵੇ ਜੀ। ਆਪਣੇ ਵੀ ਇੱਕ ਤੁਸੀਂ ਦੱਸਦੇ ਪਸ਼ੂ ਦੀ। ਹਾਂਜੀ ਅੱਜ ਮੈਂ ਔਲਖ ਪਿੰਡ ਤੋਂ ਕਰਮ ਸਿੰਘ ਬੋਲ ਰਿਹਾ ਹਾਂਜੀ ਕਿ ਮੇਰੀ ਗਾਂ 7 ਮਹੀਨਿਆਂ ਦੀ ਗੱਭ ਸੀ। 20 ਲੀਟਰ ਦੁੱਧ ਦਿੰਦੀ ਸੀ 2 ਵੇਲਿਆਂ ਦਾ। ਤੇ ਅੱਥੂ ਚ ਸੂਪਣਾ ਸੀਗਾ ਤੇ ਇੱਕ ਦਿਨ ਬਹਿ ਗਈ। ਮੈਂ ਟੀਕੇ ਵੀ ਲਵਾ ਕੇ, ਬੁਖਾਰ ਸੀਗਾ, ਠੀਕ ਹੋ ਗਈ। ਉਹ ਬਹਿ ਗਈ ਤੇ 3:30 ਵਜੇ ਪੱਠੇ ਪਾਉਣੇ ਹੁੰਦੇ ਆ। ਅਸੀਂ ਆਏ ਦੋਵੇਂ ਜੀ ਤੇ ਮੇਰੇ ਘਰ ਵਾਲੇ ਨੇ ਗਾਂ ਵੇਖੀ ਤੇ ਮਰੀ ਪਈ। ਅਸੀਂ ਗਰੀਬ ਮਾਰ ਹੋ ਗਈ ਸਾਡੀ। ਕਿੰਨੇ ਦੀ ਲਈ ਸੀ ਜੀ ਗਾਂ? ਕਿੰਨੇ ਦੀ ਲਈ ਸੀ? ਉਹ ਲਈ ਸੀ ਮੈਂ 35,000 ਦੀ। 35,000। 3 ਸਾਲ ਹੋ ਗਏ ਤੇ ਤੀਜਾ ਸਾਲ ਮੇਰੇ ਕੋਲ ਹੋ ਗਿਆ ਆ ਗਈ। ਹਾਂਜੀ ਕਿੰਨਾ ਦੁੱਧ ਦਿੰਦੀ ਸੀ ਜੀ? 20 ਲੀਟਰ 2 ਵੇਲਿਆਂ ਦਾ, 10 ਲੀਟਰ ਇੱਕ ਵੇਲੇ ਦਾ। ਬਹੁਤ ਚੰਗੀ ਗਾਂ ਸੀ, ਬਹੁਤ ਭਾਰੀ ਗਾਂ ਸੀ, ਸਹੀ ਜਰਸੀ। ਉਹਨੇ ਬੱਚੀ ਵੀ 3 ਮਹੀਨਿਆਂ ਦੀ ਹੋ ਕੇ ਮਰ ਗਈ। ਮੈਂ ਬਹੁਤ ਇਲਾਜ ਕਰਾਇਆ ਪਰ ਨਹੀਂ। ਜੋ ਡਾਕਟਰਾਂ ਦੀ ਸਾਨੂੰ ਸਹੂਲਤ ਹੋਵੇ ਤੇ ਸਾਡੇ ਪਸ਼ੂਆਂ ਦਾ ਨੁਕਸਾਨ ਨਾ ਹੋਵੇ। ਸਾਡੀ ਡਿਸਪੈਂਸਰੀ ਵੀ ਹੈਗੀ ਆ, ਹਸਪਤਾਲ ਹੀ ਬਣਿਆ, ਕੋਈ ਡਾਕਟਰ ਇੱਥੇ ਸਰਕਾਰੀ ਹੈ ਨਹੀਂਗਾ। ਡਾਕਟਰ ਇੱਥੇ ਔਲਖਾਂ ਦੇ ਵਿੱਚ ਡਾਕਟਰ ਜ਼ਰੂਰ ਕਰਨਾ ਚਾਹੀਦਾ ਤੁਹਾਨੂੰ। ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੇ ਨਗਰ ਵੱਲੋਂ ਹੀ। ਨਗਰ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ। ਚੰਗੇ ਪਸ਼ੂ ਕਈ ਤਾਂ ਘਰ ਖਾਲੀ ਵੀ ਹੋ ਗਏ, ਪਰ ਮਹਾਰਾਜ ਬਖਸ਼ੀ ਰੱਖੇ ਸੱਚੇ ਪਾਤਸ਼ਾਹ ਤੇ ਇਹ ਆਣੇ ਕਿਦਾ ਨੁਕਸਾਨ ਨਾ ਹੋਵੇ। ਇਦੋਂ ਪਹਿਲਾਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਚੁੱਕਾ ਹੈ। ਕਿਵੇਂ ਜਿਹੜਾ ਤੁਸੀਂ ਪਸ਼ੂਆਂ ਦਾ ਪਾਲ ਰਹੇ ਆ, ਕਿੰਨੀ ਕੁ ਨੁਕਸਾਨ ਜਾਂ ਮਤਲਬ ਹੋ ਰਿਹਾ ਜਾਂ? ਬਾਈ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਰਿਹਾ। ਅੱਜ ਤੋਂ 6-7 ਮਹੀਨੇ ਪਹਿਲਾਂ ਮੂੰਹ ਖੁਰ ਦੀ ਬਿਮਾਰੀ ਆਈ ਸੀ, ਉਹਨੇ ਬਹੁਤ ਨੁਕਸਾਨ ਕੀਤਾ। ਹੁਣ ਇਹ ਬਿਮਾਰੀ ਚੱਲ ਰਹੀ ਆ, ਇਹ ਨੁਕਸਾਨ ਕਰੀ ਤੁਹਾਡੇ ਸਾਹਮਣੇ ਹੀ ਆ। ਆ ਗਾਂ ਤੇ ਇਦੋਂ ਪਹਿਲਾਂ 15-20 ਹਜ਼ਾਰ ਰੁਪਈਆ ਲਾ ਹਟੇ ਆ ਤੇ ਇਹਦਾ ਇਲਾਜ ਹਾਲੇ ਦਾ ਹਜੇ ਕੋਈ ਨਹੀਂ ਹੋਇਆਗਾ। ਗਾਂ ਤੁਹਾਡੇ ਸਾਹਮਣੇ ਬੈਠੀ ਆ ਤੇ ਇਹਦੀ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਵੀ ਸਰਕਾਰ ਇਹਦੀ ਕੋਈ ਨਾ ਕੋਈ ਵੈਕਸੀਨ ਜਾਂ ਕੋਈ ਦਵਾਈ ਸਾਨੂੰ ਪ੍ਰੋਵਾਈਡ ਕਰਾਵੇ ਤੇ ਤਾਂ ਜੋ ਸਾਡੇ ਪਸ਼ੂ ਬਚਾਏ ਜਾ ਸਕਣ। ਜੇ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ ਤਾਂ ਫਾਰਮ ਬਾਹਲੀ ਦੇਰ ਨਹੀਂ ਚੱਲਣੇਗੇ, ਲੋਕੀ ਕੰਮ ਛੱਡ ਜਾਣਗੇ। ਜਿਹੜੇ ਹਿਸਾਬ ਨਾਲ ਚੱਲ ਰਿਹਾ ਕੰਮ, ਬਿਮਾਰੀ ਬਹੁਤ ਜ਼ਿਆਦਾ ਫੈਲ ਚੁੱਕੀ ਆ ਤੇ ਇਹਦਾ ਹੱਲ ਹਜੇ ਤੱਕ ਕੋਈ ਸਰਕਾਰ ਨੇ ਨਾ ਕੋਈ ਸਾਡੇ ਵੈਟਰਨਰੀ ਅਫਸਰਾਂ ਨੇ ਕੋਈ ਇਹਦਾ ਹੱਲ ਨਹੀਂ ਲੱਭ ਕੇ ਦਿੱਤਾ ਹਜੇ ਤੱਕ ਸਾਨੂੰ। ਅਸੀਂ ਆਪਦੇ ਕੋਲੋਂ ਕੋਈ ਦਵਾਈ ਆ ਪੁੱਤਾਂ ਵਾਂਗੂ ਪਾਲ ਰਹੇ ਪਸ਼ੂਆਂ ਨੂੰ, ਕਿੰਨਾ ਯਾਰ ਨੁਕਸਾਨ ਪਾਲ ਤਾਂ ਲੈ ਰਹੇ ਹਾਂ। ਹੁਣ ਤੁਹਾਡੇ ਸਾਹਮਣੇ ਆ 1.5 ਲੱਖ ਦੀ ਗਾਂ ਇਹ, ਤੇ ਅੱਜ ਇਹਦੀ ਗਾਂ ਦਾ ਮੈਨੂੰ ਨਹੀਂ ਲੱਗਦਾ ਵੀ ਇਹ ਬਚੂਗੀ। ਜਿਹੜੇ ਹਿਸਾਬ ਨਾਲ ਇੱਥੇ ਦਵਾਈ ਇੰਨੀ ਲਾ ਚੁੱਕੇ ਆ ਪਰ ਹਜੇ ਤੱਕ ਇਹਦਾ ਕੋਈ ਠੀਕ ਹੋਣ ਦਾ ਤਾਂ ਕੋਈ ਲੱਗ ਨਹੀਂ ਰਿਹਾਗਾ ਵੀ ਇਹ ਠੀਕ ਹੋ ਜਾਊਗੀ। ਹੁਣ ਇਹ ਤੁਹਾਡੇ ਸਾਹਮਣੇ ਬੈਠੀ ਆ, ਉੱਠ ਵੀ ਨਹੀਂ ਰਹੀਗੀ ਹੁਣ ਇਹ। ਕੋਈ ਸਰਕਾਰ ਦੀ ਕੋਈ ਮਦਦ? ਸਰਕਾਰ ਨੂੰ ਤਾਂ ਇਹੀ ਕਹਿੰਦੇ ਵੀ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ, ਜਿਹਦਾ ਵੀ ਹੋਇਆ, ਉਹਨੂੰ ਕੋਈ ਆਰਥਿਕ ਸਹਾਇਤਾ ਵੀ ਦਿੱਤੀ ਜਾਵੇ ਤੇ ਇਹਦੀ ਕੋਈ ਵੈਕਸੀਨ, ਕੋਈ ਦਵਾਈ ਉਹ ਵੀ ਸਾਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਜਿਹੜੇ ਗਾਂ ਵਾਲੇ ਹੋਣ ਵਾਲੇ ਪਸ਼ੂਆਂ ਨੂੰ ਬਚਾ ਸਕੀਏ ਇਹਨਾਂ ਨੂੰ। ਕਿਉਂ ਗਾਂ ਦੀ ਬਿਮਾਰੀ ਬਹੁਤ ਫੈਲ ਰਹੀ ਆ। ਇਸ ਟਾਈਮ ਮੇਰੇ ਆਪਦੇ ਫਾਰਮ ਤੇ 12-13 ਗਾਂਾਂ ਨੂੰ ਬਿਮਾਰੀ ਹੋ ਚੁੱਕੀ ਆ ਇਹ, ਤੇ ਇਸ ਗਾਂ ਨੂੰ ਥੋੜੀ ਜਿਹੀ ਜ਼ਿਆਦਾ, ਇਹ ਤਾਂ ਜਾਣੀ ਦੀ ਵਿਚਾਰੀ ਜ਼ਿਆਦਾ ਹੀ ਹੋਈ ਪਈ ਹੈ, ਜਾਣੀ ਦੀ ਮਰਨ ਦੇ ਕਿਨਾਰੇ ਹੋਈ ਪਈ ਹੈ ਤਾਂ। ਤੇ ਹੋਰ ਵੀ 10-12 ਗਾਂਾਂ ਨੂੰ ਬਹੁਤ ਜ਼ਿਆਦਾ ਹੋਈ ਪਈ ਹੈ ਬਿਮਾਰੀ। ਬਾਈ ਕਿੰਨੀ ਦਵਾਈ ਹੁਣ ਤੱਕ ਮਤਲਬ ਜਿਹੜੀ ਤੁਸੀਂ? ਬਾਈ ਦਵਾਈ ਤੁਹਾਡੇ ਸਾਹਮਣੇ ਹੀ ਆ, ਹਰ ਰੋਜ਼ ਦੀ ਮੇਰੇ ਫਾਰਮ ਤੇ 10-12 ਹਜ਼ਾਰ ਦੀ ਰੋਜ਼ ਦੀ ਦਵਾਈ ਲੱਗਦੀ ਆ। ਸਾਰੀਆਂ ਦਵਾਈਆਂ ਰੋਜ਼ ਦਵਾਈ ਲਾਉਣੇ ਆ ਪਸ਼ੂਆਂ ਨੂੰ, ਪਰ ਇਹਨਾਂ ਦਵਾਈਆਂ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ। ਦਵਾਈਆਂ ਲਾਈ ਜਾਂਦੇ ਆ, ਜਾਨ ਬਚਾਉਣੀ ਆ ਪਸ਼ੂਆਂ ਦੀ ਵੀ, ਜਾਨ ਬਚ ਜੇ, ਪਰ ਨਹੀਂ ਕੋਈ ਫਰਕ ਨਹੀਂ ਪੈ ਰਿਹਾ ਹੈਗਾ ਦਵਾਈ ਨਾਲ ਵੀ। ਤੁਹਾਡੇ ਸਾਹਮਣੇ ਪਈ ਦਵਾਈ ਆ, ਰੋਜ਼ 10-12 ਹਜ਼ਾਰ ਦੀ, 15 ਹਜ਼ਾਰ ਦੀ ਰੋਜ਼ ਦਵਾਈ ਲੱਗ ਜਾਂਦੀ ਆ। ਹਾਂਜੀ ਮਤਲਬ ਇੱਕ ਤਾਂ ਪਹਿਲਾਂ ਪਸ਼ੂ ਲੈਣਾ ਇੰਨਾ ਮਹਿੰਗਾ, ਫਿਰ ਪਾਲਣਾ, ਫਿਰ ਉੱਤੇ ਖਰਚੇ ਕਿੰਨਾ ਯਾਰ, ਬਹੁਤ ਜ਼ਿਆਦਾ ਖਰਚਾ ਆ ਰਿਹਾ। ਉੱਤੋਂ ਬਿਮਾਰੀ ਨਾਲ ਦੁੱਧ ਵੀ ਪਸ਼ੂ ਬੰਦ ਹੋ ਗਏ ਜਮਾਂ। ਦੁੱਧ ਵੀ ਕੋਈ ਕਿਸੇ ਪਾਸੋਂ ਕੋਈ ਪੈਸਾ ਤਾਂ ਆ ਹੀ ਨਹੀਂ ਰਿਹਾ, ਲੱਗ ਹੀ ਰਹੇ ਆ ਪੈਸੇ। ਤੇ ਇਹਦੀ ਕੋਈ ਸਰਕਾਰ ਤੋਂ ਮੈਂ ਆਰਥਿਕ ਤੌਰ ਤੇ ਕੋਈ ਮੰਗ ਕਰਦਾ ਵੀ ਸਾਰੇ ਵੀ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ, ਜੋ ਵੀ ਕੋਈ ਦਵਾਈ ਲੱਗ ਰਹੀ ਆ, ਇਹਦੀ ਕੋਈ ਸਰਕਾਰ ਆਰਥਿਕ ਤੌਰ ਤੇ ਸਾਡੀ ਸਹਾਇਤਾ ਕਰੇ। ਨਹੀਂ ਹੋਰ ਸਾਲ 1.5 ਸਾਲ ਤੱਕ ਫਾਰਮ ਲੋਕਾਂ ਦੇ ਬੰਦ ਹੋ ਜਾਣੇ ਆ, ਕਿਸੇ ਨੇ ਪਸ਼ੂ ਨਹੀਂ ਰੱਖਣਾਗਾ ਜੇ ਇਸੇ ਤਰ੍ਹਾਂ ਪਸ਼ੂਆਂ ਦਾ ਇਹ ਕੰਮ ਚੱਲਦਾ ਰਿਹਾ। ਨਾ ਸਾਡੀ ਕੋਈ ਸਰਕਾਰ ਨੇ ਸਹਾਇਤਾ ਕੀਤੀ ਤੇ ਹੌਲੀ ਹੌਲੀ
ਡੇਅਰੀ ਫਾਰਮ ਦਾ ਧੰਦਾ ਬੰਦ ਹੋਊਗਾ ਇਹ। ਵੈਟ ਸੀਗੀ 3 ਸਾਲਾਂ ਦੀ 3 ਮਹੀਨੇ ਦੀ ਬਣੀ ਵੀ ਸੀਗੀ ਉਹ ਵੀ ਮਰ ਗਈ। ਬਲਦ ਸੀਗਾ, ਬਲਦ ਹੁਣ ਠੀਕ ਆ ਵੀਰ। ਠੀਕ ਹੈ। ਅਸੀਂ ਪੱਠੇ ਤਾਂ ਹੁਣ ਖਾਂਦਾ। ਪਹਿਲਾਂ ਅਸੀਂ ਤਾਂ ਰਹਿ ਗਏ ਮੱਛਰ 'ਚ, ਉਹ ਜੋ ਜ਼ਿਆਦਾ ਧੱਫ ਜਿਹੀ ਮੁੜ ਕੇ ਬਾਅਦ 'ਚ ਟੀਕੇ ਸਰਕਾਰੀ ਡਾਕਟਰਾਂ ਤੋਂ, ਤੇ ਉਦੋਂ ਬਾਅਦ ਫਿਰ ਹੁਣ ਬਲਦ ਅਸੀਂ ਠੀਕ। ਮਤਲਬ ਇੱਕ ਪੁੱਤਾਂ ਵਾਂਗੂ ਪਾਲਿਆ ਪਸ਼ੂਆਂ ਹੱਥਾਂ ਉਹ 'ਚ। ਛੋਟਾ ਬੱਚਾ ਹੀ ਸੀਗਾ ਤੇ ਐਂ ਕਰਕੇ ਤੇ ਬਈ ਜਾਂ ਹੁਣ ਵੈਟ ਸੀ 30-35 ਰੁਪਏ ਦੀ ਮੌਜ ਨਹੀਂ ਸੀਗੀ, ਕਿਤੇ ਹੁਣ ਹੋਰ ਲੈਣੀ ਪੈਣੀ ਹੈ। ਆਹ ਗੱਲ ਹੈ ਜੀ। ਹੋਰ ਬਹੁਤ ਨੁਕਸਾਨ। ਹਾਂ, ਤੇ ਇਸ ਤਰ੍ਹਾਂ ਕਰਕੇ ਵੀ ਘਾਟਾ ਹੀ ਆ ਪਹੂ ਦਾ ਬਈ ਕਿੰਨਾ ਵੀ ਹੈ, ਥੋੜ੍ਹੀ ਥੋੜ੍ਹਾ ਕਿ ਘਾਟਾ ਪੈ ਗਿਆ। ਭਾਵੇਂ ਫਰਜ਼ ਤਾਂ ਆਪਾਂ ਗਿਣ ਲੈਂਦੇ ਆ, ਪਹੂ ਦਾ ਨਹੀਂ ਗਿਣਿਆ ਜਾਂਦਾ ਹੈ। ਪਹੂਆਂ ਦੇ ਆਪਾਰ ਲੱਗੇ ਇੱਕ ਆਰ ਲੱਗਣਾ, ਆਪਾਂ ਕਹਿੰਦੇ ਫਲਾਨਾ ਪਊ ਐ ਟਾਈਮ ਸੂਬੂ, ਫਲਾਨਾ ਐ ਟਾਈਮ ਸੂਬੂਗਾ, ਤੇ ਜੇ ਉਹ ਪਹੂ ਮਾਰੀ ਗਿਆ ਫਿਰ ਤਾਂ ਇੱਕ ਸਾਥ ਡੱਗ ਪੈਂਦੇ ਯਾਰ ਕਰਨਾ ਕੀ ਸਾਂ ਕਿ ਪਰਸ ਮਰ ਗਿਆ। ਆਹ ਗੱਲ ਹੋਰ ਹੁਣ ਮੇਰੀ ਗਾਂ ਬਾਈ ਪਈ ਆ 8 ਕਿਲੋ ਦੁੱਧ ਸੀ, 30,000 ਦੀ ਲਈ ਸੀ, ਅੱਜ ਉਹ ਖਤਮ ਰਕ ਗਈ ਹੈ। ਛਾਲੇ ਹੋ ਗਏ, ਹੁਣ ਉਹਦਾ ਪਿੰਡ ਦੇ ਜਿਹੜੇ ਲਹੂ ਨਿਕਲੀ ਜਾਂਦਾ 6-7 ਹਜ਼ਾਰ ਰੁਪਇਆ ਉੱਤੇ ਲਾਤਾ ਤੇ ਨਹੀਂ ਸੈੱਟ ਹੋਈ। ਦੁੱਧੋਂ ਛੱਡਤੀ ਜਮਾ, ਪਾਈਆ ਨਹੀਂ ਦਿੰਦੀ, ਕੁਛ ਵੀ ਨਹੀਂ ਦਿੰਦੀ। ਦਿਹਾੜੀ ਤਾਂ ਆਪਾਂ ਕਰਦੇ ਹਾਂ ਬਾਈ, ਦਿਹਾੜੀ ਲੇਬਰ ਕਰਦਾ ਬਾਈ, ਲੇਬਰ। ਹਾਂਜੀ ਯਾਰ ਨੁਕਸਾਨ ਫਿਰ ਕਿਵੇਂ? ਬਹੁਤ ਔਖਾ ਹੈ ਤਾਂ। ਇਹ ਤਾਂ ਔਖਾ ਤਾਂ ਹੈਗਾ ਹੀ, ਦਿਸੀ ਜਾਂਦਾ ਹੁਣ ਸਾਰਿਆਂ ਨੂੰ ਬਾਈ। ਹਾਂ, ਕੀ ਮੰਗ ਕੀ ਕਰਦੇ ਬਾਈ? ਮੰਗ ਬਸ ਜਿਹੜਾ ਦੇਣਾ ਤੇ ਕੋਈ ਤਾਂ ਮਿਲੇ ਵੀ, ਸਰਕਾਰ ਨੂੰ ਕੋਈ ਸਹੂਲਤਾਂ ਮਿਲਣੀ ਚਾਹੀਦੀ ਆ। ਗਰੀਬ ਬੰਦੇ ਨੇ ਇੰਨੇ ਪੈਸੇ ਲੈ ਕੇ ਵਿਆਜ ਤੇ ਲੈ ਕੇ ਚੱਕ ਕੇ ਲਾ ਕੇ ਤੇ ਉੱਤੋਂ ਖਤਮ ਹੀ ਹੋ ਗਿਆ ਖੇਡਾ, ਉਹ ਦੱਸ ਕੀ ਕਰੂਗਾ? ਬੰਦਾ ਆਪ ਵੀ ਖਤਮ ਹੋ ਗਿਆ, ਜੋ ਪਸ਼ੂ ਹੀ ਖਤਮ ਹੋ ਗਿਆ, ਉਹ ਗਰੀਬ ਹੀ ਖਤਮ ਹੋ ਗਿਆ ਜੋ ਵਿਆਜ ਤੇ ਲੈ ਕੇ ਪੈਸੇ ਲਈਗਾ, ਫਿਰ ਉਹ ਖਤਮ ਹੀ ਹੋ ਗਈ, ਕੋਈ ਇਲਾਜ ਹੀ ਹੈ ਨਹੀਂ। ਬਸ ਫਿਰ ਤਾਂ ਖੇਡਾ ਖਤਮ ਹੀ ਦਿਸੀ ਜਾਂਦਾ। ਕੋਈ ਸਰਕਾਰ ਸਹੂਲਤ ਦੇਣੀ ਚਾਹੇ। 2 ਮਹੀਨੇ ਹੋ ਗਏ, 80,000 ਦੀ ਲਈ ਸੀ, ਸਾਲ ਦੁੱਧ ਪੀ ਕੇ ਸੂਣ ਵਾਲੀ ਮਰ ਗਈ। ਤੇ ਤੁਹਾਨੂੰ ਪਤਾ ਦਿਹਾੜੀਦਾਰ ਬੰਦਾ ਕੀ ਕਰੂ, 10,000 ਰੁਪਇਆ ਪੱਲੇ ਲਾ, ਤੇ ਪਰਸੋਂ ਮੇਰੇ ਭਰਾ ਦੇ ਗਾਂ ਮਰ ਗਈ, ਤੇ ਉਹ ਤੁਹਾਨੂੰ ਪਤਾ ਦਿਹਾੜੀਦਾਰ ਬੰਦਾ ਕਰੂ ਮੁੜ ਕੇ ਤਾਂ ਬੱਕਰੀ ਨਹੀਂ ਲਈ ਤੇ ਮੱਝਾਂ ਕਿੱਥੇ ਕਰੇ। ਹੁਣ ਉਹੀ ਗੱਲ ਹੈ, ਇੱਕ ਤੋਕੜ ਹੈਗੀ ਹੈ ਤੇ ਉਹ ਅਜੇ ਬਿਮਾਰੀ ਤੋਂ ਤਾਂ ਬਚੀ ਹੈ। ਮੈਂ ਦਵਾਈ ਵੈਕਸੀਨ ਲਗਾਤੀ ਸੀ ਤੇ ਹੁਣ ਉਦੋਂ ਬਾਅਦ ਮੈਂ ਪਹਿਲਾ ਨੁਕਸਾਨ ਹੋਇਆ ਜੀ ਨਾ ਕੋਈ ਪੱਲੇ ਲੈ ਤਾ 10,000। ਇਹ ਮੇਰਾ ਮਸੇਰ ਹੈ ਵੇਲਾ। ਉਹ ਆਪਾਂ ਸਰਕਾਰ ਤੋਂ ਮੰਗ ਕਰਦੇ ਵੀ ਗਰੀਬਾਂ ਵਾਸਤੇ ਕੋਈ ਦਵਾਈ ਦੂਈ ਦੀ ਸਹਾਇਤਾ ਕਰੋ। ਤੇ ਹੁਣ ਤੈਨੂੰ ਪਤਾ ਪਿੰਡ ਵਾਲੇ ਡਾਕਟਰਾਂ ਤੇ ਲਾ ਤੇ ਹੁਣ ਮੈਂ ਆ 5 ਗ੍ਰਾਈ ਹਸਪਤਾਲ ਦੇ ਵਿੱਚ ਉੱਪਰ ਇਹ ਦੁਕਾਨਾਂ ਉੱਥੇ ਬੋਤਲ ਤੇਰੇ ਹਿਸਾਬ ਨਾਲ ਕਿਹੜੇ ਮੈਨੂੰ 60 ਰੁਪਏ ਦੀ ਬੋਤਲ ਮੋੜੀ ਉਹਨੇ, ਜਿਹੜੀ ਬਾਅਦ ਚ ਮੱਝ ਮਰ ਗਈ। ਠੀਕ ਹੈ, ਤੇ ਹੁਣ ਕਿੱਥੇ ਤਾਂ ਮੈਂ ਝੋਲਾ ਭਰ ਕੇ ਲਿਆ ਤੇ ਮੈਂ ਇਹਨੇ 2 ਬੋਤਲਾਂ ਚੱਲੀਆਂ ਦਵਾਈ ਲਾਉਣ ਸਾਰ, ਤੇ ਟੀਕੇ ਜਿਹੜੇ ਪਾਤੇ ਉਹ ਚੱਲੇ, ਤੇ ਬਾਅਦ ਚ ਵਿੱਚ 60 ਰੁਪਈਆਂ ਦੀਆਂ ਬੋਤਲਾਂ ਮੋੜ ਕੇ ਆਇਆ ਪ੍ਰਾਈਵੇਟ 'ਚ। ਉਹ ਮੈਂ ਮੇਰੀ 80,000 ਦੀ ਵੇਚਦੀ ਸੀ, ਜੋ ਕਰਮਾਂ 'ਚ ਨਹੀਂ ਸੀ। ਮੈਂ ਚੱਲ ਸਾਲ ਬਾਅਦ ਵੀ ਦੁੱਧ ਹੋ ਜੂ ਜਵਾਕਾਂ ਦੀ। ਦਿਹਾੜੀ ਤਾਂ ਆਪਾਂ ਕਰਦੇ ਹਾਂ ਜੀ, ਕਿਵੇਂ ਦਿਹਾੜੀ ਦਾ ਹੁਣ ਦੱਸਦੇ ਵੀ ਆਪਾਂ ਕੀ ਤੋਂ ਵਿਆਜ ਤੇ ਫੜ ਕੇ ਲੈ ਲਾਂਗੇ। ਠੀਕ ਹੈ ਨਾ, ਜੇ ਵਿਆਜ ਤੇ ਫੜਾਂਗੇ ਅਗਲੇ ਤਾਂ ਲੈਂਦੇ ਨਹੀਂ। ਹੁਣ ਖਾਲ ਪੀੜ ਕਿੰਨੀ ਮਹਿੰਗੀ, ਉਹਨੇ ਤਾਂ ਦੁੱਧ ਨਹੀਂ ਪੈਂਦਾ ਜਿੰਨੀ ਖਾਲਾਂ ਪੀੜੀਆਂ ਮਹਿੰਗੀਆਂ ਹੋਈਆਂ। ਤੇ ਜੇ ਸਰਕਾਰੀ ਡਾਕਟਰ ਹੋਣ ਜਾਂ ਕੋਈ ਦਵਾਈ ਦਪਾ ਦੇਣ ਤੇ ਲੋਕਾਂ ਨੂੰ ਨਾ ਹੋਈ ਪ੍ਰੋਬਲਮ ਆਵੇ। ਵੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਨੁਕਸਾਨ ਹੋਇਆ ਗਰੀਬਾਂ ਨੂੰ ਕੋਈ ਸਹਾਇਤਾ ਦੇਵੇ। ਵੀ ਦਿਹਾੜੀ ਵਾਲਾ ਬੰਦਾ ਤਾਂ ਪਾਈਆ ਦੁੱਧ ਵੀ ਦਿਓ, ਜੇ ਕਮਾਈ ਕਰੂ ਤੇ 300 ਰੁਪਏ ਦਿਹਾੜੀ 'ਚ ਕੀ ਕਰ ਲੂਗਾ? ਘਰ ਦਾ ਖਰਚਾ ਤੁਰੂ ਕੇ ਦੁੱਧ ਦਾ ਕਰੂ। ਹੁਣ ਜੇ ਗਾਈਆਂ ਦਾ ਲਏਗਾ 35 ਰੁਪਏ ਤੇ ਦੂਜਾ ਲਏਗਾ 60 ਰੁਪਏ, ਤੇ ਦੱਸਦੇ ਵੀ ਉਹ 300 ਚ ਪਰਿਵਾਰ ਨੂੰ ਕਿੱਥੇ ਪਾਲ ਦੂ। ਠੀਕ ਹੈ ਬਾਈ, ਕਿੰਨਾ ਨੁਕਸਾਨ ਹੋਇਆ ਜੀ? ਵੀਰੇ ਮੇਰੇ ਚਾਚੇ ਦਾ ਲੜਕਾ ਹੈ, ਹਾਂਜੀ ਹਾਂਜੀ, ਇਹਦਾ ਪਸ਼ੂਆਂ ਦਾ ਫਾਰਮ ਹੈ, ਛੋਟਾ ਜਿਹਾ ਜ਼ਿਮੀਂਦਾਰ ਹੈ, ਤੇ ਇਹਦੇ ਤੋਂ ਪਹਿਲਾਂ 2 ਪਸ਼ੂ ਮਰ ਚੁੱਕੇ ਆ, 2 ਵਿਚਾਰੀਆਂ ਸੀਰੀਅਸ ਗਾਈਆਂ ਪਈਆਂ ਜਮਾਂ। ਵੇਖੋ ਗੱਲ ਇਉਂ ਹੈ ਵੀ ਦੁੱਧ ਦੇ ਧੰਦੇ ਨਾਲ ਜੁੜਿਆ ਛੋਟਾ ਜ਼ਿਮੀਂਦਾਰ ਹੈ। ਛੋਟਾ ਜ਼ਿਮੀਂਦਾਰ ਤਾਂ ਹੀ ਬਚੂਗਾ ਜੇ ਕੋਈ ਸਰਕਾਰ ਹੱਲਾ ਗੁੱਲਾ ਕਰੇ, ਇਸ ਚੀਜ਼ ਤੇ ਬਾਂਹ ਫੜੇ। ਤੇ ਉਦੋਂ ਬਾਅਦ ਦੇ ਵਿੱਚ ਗੱਲ ਇਹ ਹੈ ਵੀ ਨਹੀਂ ਤਾਂ ਖਤਮ ਹੈ ਜ਼ਿਮੀਂਦਾਰਾ। ਖੇਤੀਬਾੜੀ ਵਾਲਾ ਬੰਦਾ ਨਾਲ ਦੁੱਧ ਦਾ ਹੀ ਧੰਦਾ ਕਰ ਸਕਦਾ, ਹੋਰ ਕਰੇ ਵੀ ਕੀ। ਤੇ ਜੇ ਕੀਤਾ ਤੇ ਇਹਨੂੰ ਮਹਾਰਾਜ ਵੀ ਨੇਤਰੇ ਚੜਾਵੇ, ਤੇ ਜਿੰਨਾ ਹੋ ਸਕਦਾ ਕੋਈ ਸਰਕਾਰ ਵੀ ਵੱਧ ਤੋਂ ਵੱਧ ਕਰੇ ਤਾਂ ਫੇਰ ਹੀ ਇਹ ਧੰਦਾ ਗਾਂਹ ਵੱਧ ਸਕਦਾ, ਤੇ ਨਹੀਂ ਇਹ ਖਤਮ ਹੋ ਜੂ ਧੰਦਾ। ਹਰ ਇੱਕ ਨੂੰ ਮੁਸ਼ਕਲ ਖੜੀ ਹੋ ਜੂਗੀ। ਕਿੰਨਾ ਨੁਕਸਾਨ, ਕਿੰਨਾ 2 ਪਸ਼ੂ ਕਿੰਨੇ ਦੀ? 2 ਪਸ਼ੂ ਤਕਰੀਬਨ ਉਹ ਚੰਗੀਆਂ ਗਾਈਆਂ ਸੀਗੀਆਂ, ਲੱਖ ਤੋਂ ਬਾਹਰ ਦੀਆਂ, 1.25 ਲੱਖ ਦੀ ਯਾਨੀ 2-2.5 ਲੱਖ ਦਾ। ਇਹ ਤੋਂ ਪਹਿਲਾਂ ਨੁਕਸਾਨ ਹੋ ਗਿਆ। ਇਹਨੇ 20-30 ਹਜ਼ਾਰ ਦੀ ਉੱਤੇ ਦਵਾਈ ਵੀ ਲਾਤੀ ਉਹਨਾਂ ਦੇ, ਤੇ ਗਾਈਆਂ ਫੇਰ ਨਹੀਂ ਬਚੀਆਂ।
ਇਹੀ ਬੇਨਤੀ ਆ ਬਾਈ ਆਪਣੀ। ਤੁਸੀਂ ਕੀ ਮਤਲਬ ਪੁੱਤਾਂ ਨੂੰ ਪਾਲਦੇ ਪਸ਼ੂ? ਹਾਂਜੀ ਹਾਂਜੀ ਬਾਈ ਇਹ ਤਾਂ ਹੈਗਾ ਜੀ, ਪੁੱਤਾਂ ਨੂੰ ਪਾਲਦੇ ਆ ਜੀ, ਸਾਰੀ ਦਿਹਾੜੀ ਸਭੀ ਦਿਹਾੜੀ ਵੀ ਕੇਅਰ ਕਰਦੇ ਆ ਜੀ ਇਹਨਾਂ ਦੀ, ਵੀ ਕਿਵੇਂ ਵੀ ਹੈ ਵੀ। ਠੀਕ ਹੈ ਜੀ, ਆਹੀ ਬੇਨਤੀ ਹੈ ਜੀ ਆਪਣੀ। ਆਪਣਾ ਕਿੰਨੇ ਨੁਕਸਾਨ ਹੋਇਆ ਜਿਹੜਾ ਹੁਣ? ਆਪਣਾ 6 ਪਸ਼ੂਆਂ ਦਾ ਹੋਇਆ ਬਾਈ। 6 ਪਸ਼ੂਆਂ ਦਾ। ਹਾਂ ਹਾਂ। ਕਿੰਨੀ ਦਵਾਈ ਬੂਟੀ ਉੱਤੇ ਦਿੱਤੀ ਜਿਹੜੀ? ਦਵਾਈ ਮੇਰਾ ਲੱਗ ਗਿਆ 40-45 ਹਜ਼ਾਰ ਰੁਪਇਆ, ਹਜੇ ਮੈਡੀਕਲ ਦਾ ਬਿੱਲ ਖੜਾ ਹੈ। ਖੜਾ? ਹਾਂ। ਸਰਕਾਰ ਦੀ ਕੋਈ ਮਦਦ? ਕੋਈ ਮਦਦ ਨਹੀਂ ਬਾਈ, ਕੋਈ ਡਾਕਟਰ ਨਹੀਂ ਆਇਆ, ਕੋਈ ਵੈਕਸੀਨ ਨਹੀਂ ਮਿਲੀ ਆਪਾਂ ਨੂੰ। ਅੱਛਾ। ਹਾਂ ਹਜੇ ਵੀ ਆ ਗਾਂ ਦੇ ਹੈਗੇ ਆ ਇੱਕ ਦੇ ਤਾਂ। ਕਿੰਨੇ ਪਸ਼ੂਆਂ ਦਾ ਤੇਰਾ ਨੁਕਸਾਨ ਹੋ ਗਿਆ? ਪਸ਼ੂ ਮੇਰਾ 5-6 ਦਾ ਹੋ ਗਿਆ। ਇਹ ਤੋਂ ਗਾਈਆਂ ਸੀਗੀਆਂ ਕਿ ਗਾਈਆਂ ਦੇ ਆਪਣਾ ਦੁੱਧ ਦਾ ਹੀ ਕਾਰੋਬਾਰ ਆ, ਡੇਅਰੀ ਦਾ ਹੀ ਸੀ। ਜੇ ਫੇਰ ਹੋ ਗਿਆ ਫੇਰ ਕੀ ਕਰੇਗਾ? ਫੇਰ ਬਸ ਬਾਈ ਹੁਣ ਦਿਸੀ ਜਾਂਦਾ ਕੀ ਕਰਨਾ ਫਿਰ। ਇਹ ਧੰਦਾ ਅੱਗੇ ਹੈ ਨਹੀਂ ਹੋ ਇੱਕ ਰੱਬ ਮਗਰ ਪਿਆ ਮੇਰਾ 1.5 ਕਿੱਲਾ ਨਰਮਾ, ਉਹ ਨਿੱਤ ਮੀਂਹ ਆ ਜਾਂਦਾ ਉਹ ਸੁੱਕੀ ਜਾਂਦਾ ਨਾਲ। ਆ ਜਿਹੜਾ ਸੀਗਾ ਇਹ ਰੁਕ ਜਾਣਾ ਹੁਣ। ਕਿੰਨਾ ਨੁਕਸਾਨ ਕਿੰਨਾ ਹੋਇਆ ਜੀ ਜਿਹੜਾ ਬਿਮਾਰੀ ਚੱਲੀ ਸੀ? ਆਪਣੇ ਜੀ 2 ਗਾਈਆਂ ਤਾਂ ਪੂਰੀਆਂ ਹੋਈਆਂ ਤੇ 2 ਬੱਚੀਆਂ। 2 ਬੱਚੇ? ਹਾਂ, ਤੇ ਘੱਟੋ ਘੱਟ ਵੀ 20 ਲੀਟਰ ਸੀਗਾ ਗਾਈਆਂ ਥੱਲੇ ਦੁੱਧ, ਤੇ 80-90 ਹਜ਼ਾਰ ਦੀ ਇੱਕ ਗਾਂ ਸੀਗੀ, ਤੇ 2 ਬੱਚੀਆਂ ਸੀ। 2 ਬੱਚੇ। ਜਿਹੜਾ ਦਵਾਈ ਬੂਟੀ ਤੇ ਖਰਚਾ ਉਹ ਵੱਖਰਾ? ਉਹ ਵੱਖਰਾ, ਉਹ ਮੈਨੂੰ ਲੱਗਦਾ ਵੀ ਘੱਟੋ ਘੱਟ 55-60 ਹਜ਼ਾਰ ਰੁਪਇਆ ਲੱਗ ਗਿਆ ਦੋਵੇਂ ਸਾਡਾ। ਹਾਂਜੀ। ਹੁਣ ਆ ਠੀਕ ਹੈ ਜੀ, ਪਸ਼ੂ ਹੁਣ ਠੀਕ ਹੈ? ਕੁਛ ਫਰਕ ਪਿਆ ਵਾ ਅੱਗੇ ਨਾਲੋਂ, ਪਰ ਜਿਹੜਾ ਇਲਾਜ ਕਰਾਇਆ ਸਾਰਾ ਪ੍ਰਾਈਵੇਟ ਹੀ ਕਰਾਇਆ ਡਾਕਟਰ ਤੋਂ, ਕੋਈ ਸਰਕਾਰੀ ਡਾਕਟਰ ਨਹੀਂ, ਕੋਈ ਇੱਥੇ ਕੁਛ ਨਹੀਂ ਮਿਲੀ ਇੱਥੋਂ ਸਾਨੂੰ। ਕੋਈ ਸਰਕਾਰੀ ਅਧਿਕਾਰੀ ਵੇਖਣ ਨਹੀਂ ਆਇਆ? ਨਾ ਵੇਖਣਾ, ਕੋਈ ਵੇਖਣ ਆਇਆ? ਹਾਂਜੀ, ਕੋਈ ਨਹੀਂ ਆਇਆ। ਤੇ ਪ੍ਰਾਈਵੇਟ ਡਾਕਟਰ ਤੋਂ 2-3 ਤੋਂ ਇਲਾਜ ਕਰਾਇਆ, ਤੇ ਕਾਫੀ ਪੈਸੇ ਨੁਕਸਾਨ ਹੋ ਗਿਆ, ਪੈਸੇ ਕਾਫੀ ਲੱਗੇ। ਮਤਲਬ ਇਹੀ ਧੰਦਾ ਕੋਈ ਹੋਰ ਕੋਈ ਨਾਲ? ਹੋਰ ਜੀ ਆਪਣੇ ਕੋਲ 2-2.5 ਕਿੱਲੇ ਜ਼ਮੀਨ ਹੈ ਬਸ, ਉਹ ਕਰਕੇ ਤੇ ਨਾਲ ਇਹ ਕਰੀਦਾ। ਛੋਟੇ ਜ਼ਿਮੀਂਦਾਰ ਨੂੰ ਤਾਂ ਬਹੁਤ ਔਖਾ ਹੋ ਗਿਆ ਜੀ। ਔਖਾ ਤਾਂ ਹੈਗਾ ਜੀ, ਅਸੀਂ ਘੱਟੋ ਘੱਟ ਵੀ ਦੁੱਧ ਸਾਡਾ ਹੁਣ ਥੋੜਾ ਹੀ ਰਹਿ ਗਿਆ। ਘੱਟੋ ਅੱਗੇ ਕਾਫੀ ਦੁੱਧ ਸਾਡਾ 40-45 ਕਿਲੋ ਪਾਉਂਦੇ ਸੀ, ਹੁਣ 10-12 ਕਿਲੋ ਦੁੱਧ ਪੈਂਦਾ ਇੱਕ ਦਿਨ ਦਾ ਬਸ। ਕੀ ਮੰਗ ਕੀ ਕਰਦੇ ਆ ਜੀ? ਮੰਗ ਤਾਂ ਇਹੀ ਹੈ ਵੀ ਸਰਕਾਰ ਕੁਛ ਨਾ ਕੁਛ ਇਹਦਾ ਜਾਂ ਮਤਲਬ ਇਲਾਜ ਲੂਜ, ਕੋਈ ਦਵਾਈ ਵੈਕਸੀਨ ਆ ਜੇ ਲਵਾ ਲਾਂਗੇ, ਭਲਾ ਅਸੀਂ 4 ਪੈਸੇ ਭਰ ਕੇ ਲਵਾ ਲਈਏ, ਤੇ ਜਾਂ ਕੋਈ ਜਿੰਨਾ ਕੁ ਨੁਕਸਾਨ ਹੋਇਆ ਕੋਈ ਥੋੜੀ ਬਹੁਤੀ ਸਰਕਾਰ ਭਰਵਾਈ ਕਰਦੇ, ਕਿਉਂਕਿ ਸਾਡਾ ਧੰਦਾ ਹੀ ਇਸ ਕੰਮ ਤੇ ਸੀਗਾ, ਹੋਰ ਤਾਂ ਕੋਈ ਨਹੀਂ ਹੋਏਗਾ।